जी हाँ, सारे ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰਟ ਤੋਂ, ਲਾਲੀ ਸਿੱਧੂ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ ਅਤੇ ਬਲਰਾਜ ਕੌਰ ਸਹੋਤਾ ਸੈਲਮਾ ਤੋਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਗਏ ਆ ਪਾਕਿਸਤਾਨ ਦੇ ਵੱਲੋਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਵਾਧੂ ਪਾਣੀ ਛੱਡਿਆ ਗਿਆ, ਉਹਦੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਟੇਂਡੀਵਾਲ ਦੇ ਕੋਲੇ ਬਣਿਆ ਜਿਹੜਾ ਬੰਨ੍ਹ ਹੈ, ਉਹ ਟੁੱਟਣ ਦਾ ਖਤਰਾ ਅਜੇ ਵੀ ਜਿਹੜਾ ਉਹ ਲੱਗਿਆ ਹੋਇਆ। ਹਾਲਾਂਕਿ ਇਹਦੇ ਉੱਤੇ ਕਾਰਜ ਜਿਹੜੇ ਆ ਜੀ ਉਹ ਤੇਜ਼ੀ ਦੇ ਨਾਲ ਲੋਕਾਂ ਦੇ ਵੱਡੇ ਸਹਿਯੋਗ ਦੇ ਨਾਲ ਜ਼ਰੂਰ ਜਿਹੜੇ ਜੀ ਉਹ ਬਣ ਗਏ ਹੋਏ ਨੇ ਕਿ ਇਹ ਬਚਾਇਆ ਜਿਹੜਾ ਜੀ ਉਹ ਜਾ ਸਕਦਾ। ਪਰ ਜੇ ਪਾਣੀ ਹੋਰ ਆਉਂਦਾ, ਮੀਂਹ ਪੈਂਦਾ ਤਾਂ ਇਹ ਕਰੀਬ 12 ਪਿੰਡ ਨੇ ਟੇਂਡੀਵਾਲ ਦੇ ਨੇੜੇ ਤੇੜੇ ਜਿਹੜੇ ਜੀ ਪੈਂਦੇ, ਇਹ ਸਰਹੱਦੀ ਖੇਤਰ ਵਾਲੇ ਫਿਰੋਜ਼ਪੁਰ ਦੇ ਨੇੜੇ, ਇਹਨਾਂ ਨੂੰ ਵੱਡਾ ਖਤਰਾ ਜਿਹੜਾ ਜੀ ਉਹ ਹੋ ਸਕਦਾ ਆ। ਜਿਹੜੇ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਵਿੱਚ ਜਿਹੜਾ NDRF ਤੇ ਫੌਜ ਦੀਆਂ ਟੀਮਾਂ ਤੈਨਾਤ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ, ਜਿਵੇਂ ਕਾਗਜ਼ਾਂ ਦੇ ਢਿੱਡ ਜਿਹੜੇ ਜੀ ਉਹ ਭਰਨੇ ਹੁੰਦੇ ਆ। ਜਿਹੜੇ ਮਖੂ ਤੇ ਹੁਸੈਨੀਵਾਲਾ ਖੇਤਰ ਦੇ ਵਿੱਚ 15 ਪਿੰਡਾਂ ਦੇ ਵਿੱਚੋਂ ਇਹ ਕਿਹਾ ਗਿਆ ਕਿ 500 ਲੋਕਾਂ ਨੂੰ ਉੱਚੀਆਂ ਥਾਵਾਂ ਦੇ ਉੱਤੇ ਲਿਆਂਦਾ ਜਿਹੜਾ ਜੀ ਉਹ ਗਿਆ। ਸਰਕਾਰ ਕਹਿੰਦੀ 950 ਪੈਕਟ ਜਿਹੜੇ ਜੀ ਉਹ ਖਾਣੇ ਦੇ ਦਿੱਤੇ। ਖਾਣੇ ਦੇ ਤੇ ਹਾਲਾਤ ਜਿਹੜੇ ਜੀ ਇਹ ਆ ਕਿ ਵੰਡਣ ਦੇ ਵਿੱਚ ਮੁਸ਼ਕਿਲ ਜਿਹੜੀ ਆ ਜੀ ਆ ਰਹੀ ਆ, ਘਰਾਂ ਤੱਕ ਪਹੁੰਚਣ ਦੇ ਵਿੱਚ ਅਜੇ ਵੀ ਮੁਸ਼ਕਿਲ ਜਿਹੜੀ ਆ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਉਹ ਆ ਰਹੀ ਆ। ਨਹੀਂ ਤਾਂ ਫੂਡ ਵਾਲੀ ਸਾਈਡ ਤੋਂ, ਪੱਠਿਆਂ ਵਾਲੀ ਸਾਈਡ ਤੋਂ, ਤੂੜੀ ਵਾਲੀ ਸਾਈਡ ਤੋਂ ਲੋਕਾਂ ਦੇ ਵੱਲੋਂ ਕੋਈ ਕਮੀ ਜਿਹੜੀ ਆ ਉਹ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆ ਰਹੀ। ਵੱਡੇ ਟਰਾਲੇ ਜਿਹੜੇ ਨੇ ਉਹ ਮਾਨਸਾ, ਫਰੀਦਕੋਟ, ਬਠਿੰਡਾ ਜਿਹੜੇ ਇਸ ਏਰੀਏ ਦੇ ਵਿੱਚੋਂ ਲੋਕ ਭਰ ਕੇ ਸਾਰੀ ਰਾਤ ਜਿਹੜੇ ਜੀ ਉਹ ਤੁਰਦੇ ਨੇ ਤੇ ਸਵੇਰ ਤੱਕ ਇਹਨਾਂ ਏਰੀਆਜ਼ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਰਹੇ ਆ। ਥੋੜਾ ਜਿਹਾ ਹੁਣ ਜਿਹੜੇ ਸੋਸ਼ਲ ਤੌਰ ਦੇ ਉੱਤੇ ਐਕਟਿਵ ਲੋਕ ਨੇ, ਉਹਨਾਂ ਦੇ ਇਹਦੇ ਵਿੱਚ ਆਉਣ ਦੇ ਨਾਲ ਥੋੜੀ ਜਿਹੀ ਇੰਨਾ ਕੁ ਫਰਕ ਜਿਹੜਾ ਜੀ ਉਹ ਪੈ ਗਿਆ ਕਿ ਜਿਹੜੇ ਜੀ ਉਹ ਵੰਡ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਆ ਉਹ ਹੋ ਰਹੀ ਆ। ਹਾਲਾਂਕਿ ਕੁਛ ਇੱਕ ਜਿਹੜੀਆਂ ਗੱਲਾਂ ਬਾਤਾਂ ਉਹ ਆਪਣੀ ਜਗ੍ਹਾ ਤੇ ਚੱਲੀਆਂ ਜਾਂਦੀਆਂ ਨੇ, ਪਰ ਨੈਗੇਟਿਵ ਗੱਲਾਂ ਜਿਹੜੀਆਂ ਦੀ ਉਹ ਕਿਉਂਕਿ ਇਹ ਕਰਨ ਦਾ ਸਮਾਂ ਨੀਗਾ, ਤਾਂ ਲੋਕ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਜੇ ਵੀ ਇਸ ਏਰੀਏਜ਼ ਦੇ ਵਿੱਚ ਜਿੱਥੇ ਜਿੱਥੇ ਹੜ੍ਹ ਆਏ ਨੇ ਉੱਥੇ ਪਹੁੰਚ ਰਹੇ ਆ। ਟੇਂਡੀਵਾਲਾ ਪਿੰਡ ਹੁਸੈਨੀਵਾਲਾ ਸਰਹੱਦ ਦਾ ਆਖਰੀ ਪਿੰਡ ਹੈ ਔਰ ਸਤਲੁਜ ਦਾ ਪਾਣੀ ਪਹਿਲਾਂ ਪਾਕਿਸਤਾਨ ਜਾਂਦਾ, ਜਿੱਥੇ ਕਸੂਰ ਦੇ ਚਮੜਾ ਉਦਯੋਗ ਦਾ ਪਾਣੀ ਇਹਦੇ ਨਾਲ ਰਲ ਜਾਂਦਾ। ਇਹ ਪਾਕਿਸਤਾਨ ਦੇ ਵਿੱਚ ਸਤਲੁਜ ਤੇ ਇੱਕ ਇਸ ਤਰ੍ਹਾਂ ਦੀ ਰੋਕ ਬਣਾਈ ਗਈ ਆ ਜਿੱਥੋਂ ਭਾਰਤ ਵਾਲੇ ਪਾਸੇ ਨੂੰ ਪਾਣੀ ਛੱਡਣ ਤੇ ਸਭ ਤੋਂ ਪਹਿਲਾਂ ਟੇਂਡੀਵਾਲਾ ਪਿੰਡ ਇਹਦੀ ਮਾਰ ਦੇ ਵਿੱਚ ਜਿਹੜਾ ਜੀ ਆਉਂਦਾ। ਇਹ ਜ਼ਹਿਰੀਲਾ ਪਾਣੀ ਹੈ। ਜੇ ਇਹ ਬੰਨ ਟੁੱਟਦਾ ਤੇ ਇਹ ਜ਼ਹਿਰੀਲਾ ਪਾਣੀ ਘੱਟੋ ਘੱਟ 12 ਪਿੰਡਾਂ ਦੇ ਵਿੱਚ ਜਿਹੜਾ ਇਹ ਅਸਰ ਕਰ ਸਕਦਾ ਹੈ। ਧੀਰਾ ਘਾਰਾ ਪਿੰਡ ਦੇ ਹੜ੍ਹ ਪੀੜਤ ਜਿਹੜੇ ਨੇ ਉਹ ਫਿਰੋਜ਼ਪੁਰ ਮੱਲਾਂਵਾਲਾ ਰੋਡ ਦੇ ਉੱਤੇ ਉਹਨਾਂ ਨੇ ਜਾਮ ਵੀ ਕੀਤਾ। ਮੁੱਠਿਆਂ ਵਾਲੀ ਪਿੰਡ ਜਿੱਥੇ ਸੀਗਾ ਜੀ, ਇੱਥੇ ਹਾਲਾਂਕਿ ਕੱਲ ਜਿਹੜੇ ਦੀ ਵਰਕਰ ਸੀਗੇ ਨਰੋਆ ਪੰਜਾਬ ਵੱਲੋਂ ਵੀ ਉਹ ਇਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਜਿੱਥੇ ਪ੍ਰਸ਼ਾਸਨ ਅਜੇ ਤੱਕ ਜਿਹੜਾ ਜੀ ਉਹ ਨਹੀਂ ਪਹੁੰਚ ਸਕਿਆ ਔਰ ਲੋਕਾਂ ਨੂੰ ਜਿਹੜਾ ਸੀ ਉਹ ਉੱਥੇ ਫੂਡ ਤੇ ਡੰਗਰਾਂ ਦੇ ਵਾਸਤੇ ਚਾਰਾ ਵਗੈਰਾ ਜਿਹੜਾ ਸੀਗਾ ਉਹ ਮੁਹੱਈਆ ਕਰਵਾਇਆ। ਤਕਰੀਬਨ 4 ਟਰਾਲੇ ਜਿਹੜੇ ਸੀ ਇਹਨਾਂ ਪਿੰਡਾਂ ਦੇ ਵਿੱਚ ਕੱਲ ਜਿਹੜੇ ਸੀ ਉਹ ਲੱਗੇ। ਜੇ ਸਰਕਾਰ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਰਿਹਾ ਕਿ ਕੇਂਦਰੀ ਟੀਮ ਜਿਹੜੀ ਹੈ ਜੀ ਉਹ ਹੁਣ ਪੰਜਾਬ ਦੇ ਵਿੱਚ ਆਊਗੀ। ਕਦੋਂ ਆਊਗੀ, ਉਹ ਕੀ ਰਿਪੋਰਟ ਤਿਆਰ ਕਰੂਗੀ, ਇਹ ਸਾਰੀਆਂ ਅਜੇ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਕੱਲ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸੀਗਾ ਜੀ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਦੀ ਜਿਹੜੀ ਜੀ ਉਹ ਗੱਲ ਆਖੀ ਸੀ, ਪਰ ਜਦੋਂ ਇਹਦਾ ਤਿੱਖਾ ਪ੍ਰਤੀਕਰਮ ਜਿਹੜਾ ਸੀ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਸ਼ੁਰੂ ਹੋਇਆ ਤਾਂ ਉਹਨਾਂ ਨੇ ਆਪਣੀ ਜਿਹੜੀ ਪੋਸਟ ਸੀ ਉਹ ਰਿਮੂਵ ਕਰ ਲਈ। ਉਹਦੇ ਹੇਠ ਜਿਹੜੇ ਸੀਗੇ ਲੋਕਾਂ ਨੇ ਬਹੁਤ ਤਿੱਖੇ ਕਮੈਂਟ ਜਿਹੜੇ ਸੀ ਉਹ ਲਿਖੇ। ਤੇ ਜੇ ਗੱਲ ਹੜ੍ਹਾਂ ਦੀ ਅੱਗੇ ਥੋੜੀ ਹੋਰ ਜਿਹੜੀ ਜੀ ਉਹ ਕਰ ਲਈਏ ਤੇ ਜਿਹੜੇ ਸਰਹੱਦੀ ਲੋਕ ਨੇ ਉਹਨਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਜਿਹੜੀਆਂ ਦੀ ਔਖੀਆਂ ਹੋ ਗਈਆਂ। 1988 ਵਾਲੀਆਂ ਯਾਦ ਜਿਹੜੀਆਂ ਹੜ੍ਹਾਂ ਦੀਆਂ ਸੀਗੀਆਂ ਦੀ ਉਹ ਯਾਦ ਲੋਕਾਂ ਨੂੰ ਜਿਹੜੀਆਂ ਆਈਆਂ। 3 ਦਹਾਕੇ ਬੀਤ ਗਏ ਆ। ਰੋਪੜ ਦੇ ਏਰੀਏ ਦੀ ਜੇ ਗੱਲ ਕਰੀਏ ਤੇ ਬਰਨਾਲਾ ਉੱਥੇ ਦਾ ਉੱਥੇ ਆ, ਕੁਛ ਵੀ ਜਿਹੜਾ ਇਹਦੇ ਵਿੱਚ ਸੁਧਾਰ ਨਹੀਂ ਹੋਇਆ।
ਨਾ ਪਾਣੀ ਘਟ ਰਿਹਾ, ਨਾ ਮੁਸੀਬਤਾਂ ਜਿਹੜੀਆਂ ਦੀ ਉਹ ਘਟ ਰਹੀਆਂ ਨੇ। ਠੀਕ ਆ ਕਿ ਮੁਸੀਬਤਾਂ ਵੀ ਹੁੰਦੀਆਂ ਨੇ, ਪਰ ਮੁਸ਼ਕਲਾਂ ਦੇ ਮੌਕੇ ਦੇ ਉੱਤੇ ਖੜਨ ਵਾਲੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਆ ਰਹੇ ਨੇ। ਪਰ ਕਿਉਂਕਿ ਇਹ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਹੁੰਦੀਆਂ ਨੇ, ਸਰਕਾਰਾਂ ਦੇ ਕੋਲ ਸਾਰਾ ਢਾਂਚਾ ਜਿਹੜਾ ਚਲਾਉਣ ਦੇ ਵਾਸਤੇ ਬਹੁਤ ਪਾਵਰਾਂ ਨੇ। ਆਮ ਬੰਦਾ ਕਿੰਨੀ ਪਾਵਰ ਜਿਹੜੀ ਦੀ ਉਹ ਚਲਾ ਸਕਦਾ, ਪਰ ਸਰਕਾਰ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ ਜਿਸ ਤਰੀਕੇ ਦੇ ਨਖਿੱਧ ਜਿਹੜੇ ਦੀ ਉਹ ਕਾਰਜ ਕੀਤੇ ਗਏ ਆ, ਬਹੁਤ ਦੇਰ ਤੱਕ ਪੰਜਾਬ ਦੇ ਲੋਕਾਂ ਨੂੰ ਇਹ ਯਾਦ ਰਹਿਣਗੇ, ਜੇ ਉਹ ਯਾਦ ਰੱਖਣ ਵਾਲੇ ਜਿਹੜਾ ਦੀ ਉਹ ਹੋਣ ਤਾਂ। ਦੂਜਾ ਇਸ ਵੇਲੇ ਜਿਹੜਾ ਵੱਡਾ ਇਸ਼ੂ ਭਖ ਰਿਹਾ ਉਹ ਹੈ ਜੀ ਕਰਤਾਰਪੁਰ ਦੇ ਲਾਂਘੇ ਵਾਲਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੀਨੀਅਰ ਸਹਾਇਕ ਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਨਾਲ ਰਿਸ਼ਤਿਆਂ ਦੇ ਵਿੱਚ ਤਣਾਅ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਯੋਜਨਾ ਨੂੰ ਪੂਰਾ ਕਰਨ ਦੇ ਵਾਸਤੇ ਵਚਨਬੱਧ ਹੈ। ਭਾਰਤੀ ਕਸਬੇ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ ਦੇ ਨਾਲ ਜੋੜਨ ਵਾਲੇ ਲਾਂਘੇ ਦੇ ਸੰਬੰਧੀ ਟਵੀਟ ਕਰਦਿਆਂ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਕਰਤਾਰਪੁਰ ਸਿੱਖਾਂ ਲਈ ਪਵਿੱਤਰ ਸਥਾਨ ਹੈ, ਧਾਰਮਿਕ ਸਦਭਾਵਨਾ ਦੀ ਉੱਤਮ ਮਿਸਾਲ ਹੈ। ਉਹਨਾਂ ਇਹਨਾਂ ਖਬਰਾਂ ਦਾ ਵੀ ਖੰਡਨ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਨਾਲ ਸੰਬੰਧਾਂ ਦੇ ਵਿੱਚ ਤਾਜ਼ਾ ਤਣਾਅ ਕਰਕੇ ਲਾਂਘੇ ਦੇ ਕੰਮ ਨੂੰ ਜਿਹੜਾ ਜੀ ਉਹ ਰੋਕ ਦਿੱਤਾ। ਉਧਰ ਡੇਰਾ ਬਾਬਾ ਨਾਨਕ ਦੇ ਨੇੜੇ ਕੰਡਿਆਲੀ ਤਾਰ ਦੇ ਕੋਲੇ ਸਥਿਤ ਧੁੱਸੀ ਬੰਨ੍ਹ ਦੇ ਉੱਤੇ ਭਾਰਤ ਵਾਲੇ ਪਾਸੇ ਜਿੱਥੇ ਕੰਪਨੀ ਜਿਹੜੀ ਉਹ ਪੁਲ ਨੂੰ ਛੇਤੀ ਮੁਕੰਮਲ ਕਰਨ ਲਈ ਲੱਗੀ ਹੋਈ ਆ, ਉੱਥੇ ਪਾਕਿਸਤਾਨ ਵਾਲੇ ਪਾਸੇ ਵੀ ਜਿਹੜੀ ਜੀ ਕੰਸਟਰਕਸ਼ਨ ਲਗਾਤਾਰ ਜਾਰੀ ਹੈ। ਕਰਤਾਰਪੁਰ ਲਾਂਘੇ ਸੰਬੰਧੀ ਪਾਕਿਸਤਾਨ ਨੇ ਭਾਰਤ ਪਾਕ ਦੀ ਕੌਮਾਂਤਰੀ ਸਰਹੱਦ ਤੇ ਪਿਛਲੇ ਦਿਨੀ ਦੋਵਾਂ ਦੇਸ਼ਾਂ ਨੂੰ ਜੋੜਨ ਵਾਲਾ 235 ਮੀਟਰ ਲੰਬਾ ਪੁਲ ਬਣਾਉਣ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ। ਇਸੇ ਪੁਲ ਤੋਂ ਸੰਗਤ ਜਿਹੜੀ ਆ ਉਹ ਕਰਤਾਰਪੁਰ ਦੇ ਦਰਸ਼ਨਾਂ ਦੇ ਵਾਸਤੇ ਜਿਹੜਾ ਜੀ ਉਹ ਜਾ ਸਕੂਗੀ। ਇਧਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਵੀ ਇਹਦੇ ਉੱਤੇ ਕਾਰਜ ਜਿਹੜੇ ਆ ਜੀ ਉਹ ਚੱਲ ਰਹੇ ਆ। ਇਹ ਤਾਂ ਕਾਰਜ ਚੱਲ ਰਹੇ ਆ, ਦੂਜੇ ਪਾਸੇ ਸਿਆਸੀ ਕਾਰਜ ਜਿਹੜੇ ਆ ਜੀ ਉਹ ਵੀ ਚੱਲ ਰਹੇ ਆ। ਪੰਜਾਬ ਦੇ ਵਿੱਚ ਆ ਕੇ, ਚੰਡੀਗੜ੍ਹ ਦੇ ਵਿੱਚ ਆ ਕੇ ਭਾਜਪਾ ਦੇ ਆਗੂ ਤੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੇ ਵੱਲੋਂ ਦਿੱਤਾ ਗਿਆ ਬਿਆਨ ਇਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣ ਰਿਹਾ। ਸੁਬਰਾਮਨੀਅਮ ਸਵਾਮੀ ਨੇ ਕਰਤਾਰਪੁਰ ਲਾਂਘਾ ਨਾ ਖੋਲਣ ਦੀ ਵਕਾਲਤ ਜਿਹੜੀ ਜੀ ਉਹ ਕੀਤੀ ਸੀ। ਇਹ ਕਿਹਾ ਸੀ ਜਿੰਨਾ ਕੰਮ ਹੋ ਗਿਆ ਠੀਕ ਆ, ਬਾਕੀ ਹੁਣ ਇੱਥੇ ਹੀ ਬੰਦ ਕਰ ਦਿਓ, ਇਸ ਲਾਂਘੇ ਦੀ ਕੋਈ ਜ਼ਰੂਰਤ ਜਿਹੜੀ ਉਹ ਨਹੀਂ ਆ। ਇਹਦੇ ਨਾਲ ਸਿਆਸੀ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਜੀ ਉਹ ਹਲਚਲ ਹੋ ਰਹੀ ਆ। ਵੱਖ-ਵੱਖ ਪਾਰਟੀਆਂ ਨੇ ਸੁਬਰਾਮਨੀਅਮ ਸਵਾਮੀ ਜਿਹੜਾ ਜੀ ਉਹਦੇ ਇਸ ਬਿਆਨ ਦੀ ਨਿਖੇਧੀ ਕੀਤੀ ਆ ਤੇ ਇਹਨੂੰ ਸਿੱਖ ਵਿਰੋਧੀ ਜਿਹੜਾ ਜੀ ਉਹ ਦੱਸਿਆ। ਕਾਂਗਰਸ ਦੇ 10 ਸੀਨੀਅਰ ਆਗੂਆਂ ਨੇ ਇਹ ਕਿਹਾ ਕਿ ਇਸ ਬਿਆਨ ਦੇ ਨਾਲ ਸਿੱਖ ਭਾਈਚਾਰੇ ਨੂੰ ਠੇਸ ਜਿਹੜੀ ਜੀ ਉਹ ਪਹੁੰਚੀ ਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਜੀ, ਹਾਲਾਂਕਿ ਉਹਦੇ ਅਹਿਮ ਆਗੂਆਂ ਦੇ ਵੱਲੋਂ ਕੋਈ ਬਿਆਨ ਜਿਹੜਾ ਜੀ ਉਹ ਨਹੀਂ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਆਇਆ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਦਾ, ਪਰ ਹੇਠਲੇ ਕੁਝ ਜਿਹੜੇ ਮੈਂਬਰ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਜੀ ਮਾੜੇ ਮੋਟੇ ਬਿਆਨ ਜਿਹੜੇ ਆ ਉਹ ਉਹਨਾਂ ਦੇ ਆ ਰਹੇ ਆ। ਕਾਂਗਰਸੀ ਆਗੂਆਂ ਦੇ ਵੱਲੋਂ ਜਿਹੜਾ 10 ਆਗੂਆਂ ਦੇ ਵੱਲੋਂ ਦਿੱਤਾ ਗਿਆ ਬਿਆਨ, ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਭਾਜਪਾ ਅਕਾਲੀ ਗੱਠਜੋੜ ਇਸ ਮਾਮਲੇ ਦੇ ਉੱਤੇ ਆਪਣਾ ਰੁਖ ਸਪਸ਼ਟ ਕਰੇ। ਇਹ ਵੀ ਕਿਹਾ ਗਿਆ ਕਿ ਬਾਦਲ ਪਰਿਵਾਰ ਭਾਜਪਾ ਦਾ ਭਾਈਵਾਲ ਹੋਣ ਦੇ ਬਾਵਜੂਦ ਗੁਰਦੁਆਰਿਆਂ ਉੱਤੇ ਲਾਇਆ GST ਨਹੀਂ ਰੋਕ ਸਕਿਆ ਤੇ ਹੁਣ ਲਾਂਘੇ ਦਾ ਕੰਮ ਰੋਕਣ ਦੀਆਂ ਚਾਲਾਂ ਜਿਹੜੀਆਂ ਦੀ ਉਹ ਚੱਲੀਆਂ ਜਾ ਰਹੀਆਂ ਨੇ। ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਚੁੱਪ ਹੈ, ਇਸ ਕਰਕੇ ਉਹਦੀ ਚੁੱਪ ਇਹ ਸਾਬਿਤ ਕਰਦੀ ਹੈ ਕਿ ਉਹ ਬਰਾਬਰ ਦਾ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਦੋਸ਼ੀ ਆ। CPI ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਭਾਜਪਾ ਆਗੂ ਦੇ ਬਿਆਨ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੀ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤੇ ਭਾਜਪਾ ਆਗੂ ਇਸ ਰਾਹ ਨੂੰ ਬੰਦ ਕਰਨ ਦੇਣ ਦਾ ਇਹ ਮੰਦਭਾਗਾ ਬਿਆਨ ਜਿਹੜਾ ਜੀ ਉਹ ਕਿਉਂ ਦੇ ਰਹੇ ਆ। ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਰਸਾ, ਉਹਨੇ ਸੁਬਰਾਮਨੀਅਮ ਸਵਾਮੀ ਦੇ ਬਿਆਨ ਤੇ ਸਖਤ ਇਤਰਾਜ਼ ਜਿਹੜਾ ਜੀ ਉਹ ਪ੍ਰਗਟ ਕੀਤਾ, ਪਰ ਨਾਲ ਦੀ ਨਾਲ ਉਹਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਰੀ ਤਾਂ ਆਪ ਜਿਹੜਾ ਜੀ ਉਹ ਵਿਰੋਧੀ ਨੇ ਇਸ ਕਰਤਾਰਪੁਰ ਦੇ ਲਾਂਘੇ ਦੇ। ਇੱਕ ਵੀਡੀਓ ਸੁਨੇਹੇ ਦੇ ਵਿੱਚ ਉਹਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਸਿਰਸਾ ਹੋਰਾਂ ਨੇ ਕਿ ਉਹ ਕਿਉਂ ਕਹਿੰਦੇ ਸੀਗੇ ਕਿ ਇਹ ਅੱਤਵਾਦ ਦਾ ਰਾਹ ਜਿਹੜਾ ਜੀ ਉਹ ਖੁੱਲੂਗਾ। ਚੁਫੇਰੇ ਤੋਂ ਜਿਹੜੀ ਨਿੰਦਿਆ ਹੈ ਇਹ ਸੁਬਰਾਮਨੀਅਮ ਸਵਾਮੀ ਦੇ ਬਿਆਨ ਦੀ ਹੋ ਰਹੀ ਆ। ਸਿੱਖ ਬੁੱਧੀਜੀਵੀਆਂ ਦੇ ਵਿੱਚ ਸਾਬਕਾ IAS ਗੁਰਤੇਜ ਸਿੰਘ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ,
ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸਿੱਧੂ, ਰਜਿੰਦਰ ਸਿੰਘ ਖਾਲਸਾ ਪੰਚਾਇਤ ਦੇ ਸਭ ਜਿਹੜੇ ਜੀ ਆਮ ਆਦਮੀ ਪਾਰਟੀ ਜਿਹੜੀ ਉਹਦੇ ਵੱਲੋਂ ਵੀ ਇਹਦੀ ਨਿਖੇਧੀ ਕੀਤੀ ਗਈ ਆ। ਇਸ ਮਾਮਲੇ ਦੇ ਉੱਤੇ ਅਕਾਲੀ ਦਲ ਬਾਦਲ ਤੇ ਪੰਜਾਬ ਭਾਜਪਾ ਵੀ ਚੁਫੇਰਿਓਂ ਜਿਹੜੇ ਆ ਜੀ ਉਹ ਘਿਰੇ ਹੋਏ ਆ। ਬੇਸ਼ੱਕ ਉਹ ਉੱਤੋਂ ਜਿਹੜਾ ਜੀ ਉਹ ਬਿਆਨ ਦੇ ਰਹੇ ਆ, ਪਰ ਕਿਉਂਕਿ ਸੁਬਰਾਮਨੀਅਮ ਸਵਾਮੀ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਆਗੂ ਜਿਹੜਾ ਜੀ ਉਹ ਸਮਝਿਆ ਜਾਂਦਾ, ਉਹਦੇ ਵੱਲੋਂ ਦਿੱਤੇ ਬਿਆਨ ਦੇ ਉੱਤੇ ਨਾ ਤਾਂ ਕੇਂਦਰੀ ਭਾਜਪਾ ਨੇ ਅਜੇ ਤੱਕ ਕਿਸੇ ਕਿਸਮ ਦਾ ਕੋਈ ਜਿਹੜਾ ਜੀ ਆਪਣਾ ਪ੍ਰਤੀਕਰਮ ਜਿਹੜਾ ਉਹ ਦਿੱਤਾ, ਨਾ ਪੰਜਾਬ ਭਾਜਪਾ ਦਾ ਖੁੱਲ ਕੇ ਇਸ ਮਾਮਲੇ ਦੇ ਉੱਤੇ ਕੋਈ ਬਿਆਨ ਜਿਹੜਾ ਜੀ ਉਹ ਆਇਆ। ਆਮ ਆਦਮੀ ਪਾਰਟੀ ਨੇ ਤੇ ਇੱਥੋਂ ਤੱਕ ਮੰਗ ਕੀਤੀ ਆ ਵੀ ਜਾਂ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇਹਦਾ ਸਪਸ਼ਟੀਕਰਨ ਦੇਵੇ ਜਾਂ ਸੁਬਰਾਮਨੀਅਮ ਸਵਾਮੀ ਨੂੰ ਬਰਖਾਸਤ ਕਰੇ ਪਾਰਟੀ ਦੇ ਵਿੱਚੋਂ ਜਿਹੜਾ ਜੀ। ਤੋ ਇਹ ਮਾਮਲਾ ਵਾਵਾ ਜਿਹੜਾ ਜੀ ਉਹ ਚੱਲ ਰਿਹਾ। ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਜੋ ਹਾਲਾਤ ਜਿਹੜੇ ਜੀ ਉਹ ਚੱਲ ਰਹੇ ਆ, ਬੇਸ਼ੱਕ ਬਹੁਤਾ ਕੁਛ ਸਾਹਮਣੇ ਨਹੀਂ ਜਿਹੜਾ ਜੀ ਉਹ ਆ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਦੇ ਵਿੱਚ ਕੁਝ ਰਾਹਤ ਦਿੱਤੀ ਗਈ ਆ। ਵਾਦੀ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਲੈਂਡਲਾਈਨ ਜਿਹੜੀ ਸੇਵਾ ਆ ਉਹ ਬਹਾਲ ਕੀਤੀ ਗਈ ਆ। ਸਿਵਲ ਸੈਕਟਰੀਏਟ ਦੇ ਵਿੱਚ ਜੰਮੂ ਕਸ਼ਮੀਰ ਦਾ ਝੰਡਾ ਲਾਰਿਆ ਗਿਆ। ਇੱਥੇ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਉਹਨਾਂ ਦੇ ਉੱਤੋਂ ਵੀ ਝੰਡੇ ਉਤਾਰਨ ਦੀ ਕਵਾਇਦ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਰਾਹਤ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਔਰ ਜਿਹੜੀਆਂ ਲੈਂਡਲਾਈਨ ਸੇਵਾਵਾਂ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਜੀ ਸ਼ੁਰੂ ਕੀਤੀਆਂ ਗਈਆਂ ਨੇ ਔਰ ਫਿਕਸ ਲਾਈਨ ਜਿਹੜੀਆਂ ਫੋਨ ਸੇਵਾਵਾਂ ਨੇ ਉਹ ਸ਼ੁਰੂ ਕੀਤੀਆਂ ਗਈਆਂ ਨੇ। ਹਾਲਾਂਕਿ ਸ਼੍ਰੀਨਗਰ ਦੇ ਵਿੱਚ ਤੇ ਕਸ਼ਮੀਰ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਅਜੇ ਵੀ ਇਹ ਜਿਹੜੀ ਪ੍ਰਕਿਰਿਆ ਆ ਉਹ ਬੰਦ ਹੈ, ਅਜੇ ਜਿਹੜੀ ਜੀ ਉਹ ਨਹੀਂ ਹੋਈ, ਇਹ ਵੀ ਸ਼ੁਰੂ ਨਹੀਂ ਹੋਈ। ਔਰ ਸਤਿਆਪਾਲ ਮਲਿਕ ਜਿਹੜਾ ਜੀ ਉਹ ਕਹਿੰਦਾ ਕਿ ਦਵਾਈਆਂ ਤੇ ਜ਼ਰੂਰੀ ਵਸਤਾਂ ਦੀ ਇੱਥੇ ਕੋਈ ਕਮੀ ਨਹੀਂ ਗੀ, ਇੱਥੇ ਸਾਰਾ ਕੁਝ ਹੈਗਾ। ਪਰ ਕੌਣ ਯਕੀਨ ਕਰੇ ਸਤਿਆਪਾਲ ਮਲਿਕ ਦੇ ਉੱਤੇ, ਜਿਹੜੇ ਕਹਿੰਦੇ ਸੀ ਇੱਥੇ ਜੰਮੂ ਕਸ਼ਮੀਰ ਵੇਖਣ ਆਓ ਬਈ। ਰਾਹੁਲ ਗਾਂਧੀ ਨੂੰ ਜਦੋਂ ਉਹ ਗਏ ਤੇ ਸਾਰੇ ਦੇ ਸਾਰੇ ਜਿਹੜੇ ਇਹ ਵਿਰੋਧੀ ਧਿਰਾਂ ਦੇ ਆਗੂ ਸੀ ਉਹਨਾਂ ਨੂੰ ਸ੍ਰੀਨਗਰ ਤੋਂ ਹੀ ਮੋੜ ਦਿੱਤਾ ਗਿਆ। ਉਹਦੇ ਉੱਤੇ ਸਤਿਆਪਾਲ ਮਲਿਕ ਦਾ ਅਜੇ ਤੱਕ ਹੁਣ ਨਾ ਟਵੀਟ ਆਇਆ ਨਾ ਕੋਈ ਬਿਆਨ ਜਿਹੜਾ ਜੀ ਉਹ ਆਇਆ। ਲਾਲ ਚੌਕ ਤੇ ਪ੍ਰੈਸ ਐਨਕਲੇਵ ਦੇ ਵਿੱਚ ਅਜੇ ਵੀ ਸੰਚਾਰ ਸੇਵਾ ਜਿਹੜੀ ਹੈ ਜੀ ਉਹ ਠੱਪ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ 8 ਹੋਰ ਐਕਸਚੇਂਜ ਜਿਹੜੀਆਂ ਨੇ 5300 ਲੈਂਡਲਾਈਨ ਨੇ ਇਹ ਅਗਲੇ ਵੀਕਐਂਡ ਤੱਕ ਜਿਹੜੀਆਂ ਜੀ ਉਹ ਚੱਲਣਗੀਆਂ। BSNL ਬ੍ਰੌਡਬੈਂਡ ਸਣੇ ਮੋਬਾਈਲ ਸੇਵਾ ਤੇ ਇੰਟਰਨੈਟ ਪ੍ਰਾਈਵੇਟ ਲੀਡ ਲਾਈਨ ਜਿਹੜੀਆਂ ਨੇ ਉਹ ਅਜੇ ਵੀ ਠੱਪ ਨੇ। ਅਜੇ ਇੰਟਰਨੈਟ ਕਦੋਂ ਸ਼ੁਰੂ ਹੋਊਗਾ ਇਹਦਾ ਕੋਈ ਵੀ ਦਿਨ ਜਿਹੜਾ ਜੀ ਉਹ ਨਹੀਂ ਦੱਸਿਆ ਗਿਆ। ਕੁਛ ਹਫ਼ਤਾਵਾਰੀ ਜਿਹੜੇ ਫੜੀ ਬਾਜ਼ਾਰ ਉਹ ਨਹੀਂ ਲੱਗੇ ਜੀ। ਥਾਂ ਥਾਂ ਦੇ ਉੱਤੋਂ ਗੜਬੜ ਦੀਆਂ ਖਬਰਾਂ ਜਿਹੜੀਆਂ ਦੀ ਉਹ ਕਿਸੇ ਨਾ ਕਿਸੇ ਸੂਤਰ ਦੇ ਰਾਹੀਂ ਆ ਰਹੀਆਂ ਨੇ, ਪਰ ਜਿੰਨੀਆਂ ਆਉਣੀਆਂ ਚਾਹੀਦੀਆਂ ਕਿਉਂਕਿ ਪਾਬੰਦੀਆਂ ਨੇ। ਪਾਬੰਦੀਆਂ ਦੀ ਗੱਲ ਜਿਹੜੀ ਆ ਜੀ ਜਦੋਂ ਤੁਰੀ ਆ ਤੇ ਇੱਥੇ ਹੈਰਾਨੀ ਵਾਲੀ ਗੱਲ ਇੱਕ ਇਹ ਹੋਈ ਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਤੇ ਜਿਹੜੀ ਪ੍ਰੈਸ ਕਾਉਂਸਲ ਹੈ ਉਹਦੇ ਮੈਂਬਰਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਕਿ ਭਾਰਤੀ ਪ੍ਰੈਸ ਕਾਉਂਸਲ ਦੇ ਚੇਅਰਮੈਨ ਜਸਟਿਸ TK ਪ੍ਰਸਾਦ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਮੀਡੀਆ ਤੇ ਲਾਈਆਂ ਪਾਬੰਦੀਆਂ ਦੇ ਹੱਕ ਦੇ ਵਿੱਚ ਖੜਨ ਦਾ ਸਖਤ ਵਿਰੋਧ ਜਿਹੜਾ ਜੀ ਉਹ ਕੀਤਾ ਗਿਆ। ਕਸ਼ਮੀਰ ਟਾਈਮਜ਼ ਅਖਬਾਰ ਨੇ ਜੰਮੂ ਕਸ਼ਮੀਰ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਮੀਡੀਆ ਤੇ ਲਾਈਆਂ ਪਾਬੰਦੀਆਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਤੇ ਭਾਰਤੀ ਪ੍ਰੈਸ ਕਾਉਂਸਲ ਨੇ ਪ੍ਰੈਸ ਦੀ ਆਜ਼ਾਦੀ ਤੇ ਅਧਿਕਾਰ ਖਿਲਾਫ ਜਾਂਦੇ ਹੋਏ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਤਰਕ ਦਿੰਦਿਆਂ ਹੋਇਆ ਹਲਫੀਆ ਬਿਆਨ ਜਿਹੜਾ ਉਹ ਦਾਇਰ ਕੀਤਾ ਸੀਗਾ ਜਿਹਦੇ ਵਿੱਚ ਪਾਬੰਦੀਆਂ ਨੂੰ ਜਾਇਜ਼ ਜਿਹੜਾ ਉਹ ਠਹਿਰਾਇਆ ਗਿਆ ਸੀਗਾ। ਇਹਦੇ ਵਿੱਚ ਜਿਹੜੇ ਕੁਝ ਪ੍ਰੈਸ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਪ੍ਰੈਸ ਕਾਉਂਸਲ ਦੇ ਚੇਅਰਮੈਨ ਨੂੰ ਇਹ ਕਿਹਾ ਕਿ ਉਹਨੂੰ ਪਹਿਲਾਂ ਮੈਂਬਰਾਂ ਤੋਂ ਰਾਏ ਲੈਣੀ ਚਾਹੀਦੀ ਸੀ ਇਸ ਮਾਮਲੇ ਦੇ ਉੱਤੇ, ਬਿਆਨ ਜਿਹੜਾ ਜੀ ਉਹ ਜਾਰੀ ਕਰਨ ਦੇ ਮਾਮਲੇ ਦੇ ਉੱਤੇ। ਉਧਰ ਦੂਜੇ ਪਾਸੇ ਇੱਕ ਅਹਿਮ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਟਰਨ ਜਿਹੜਾ ਇਸ ਪੱਖੋਂ ਆਇਆ ਕਿ ਪੰਜਾਬ ਪੁਲਿਸ ਦੇ ਵਿੱਚ ਕਿਸੇ ਸਮੇਂ ਪੰਜਾਬ ਪੁਲਿਸ ਦੇ ਮੁਖੀ ਰਹੇ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਨੇ ਜੂਲੀਅਨ ਸੈਂਟੀਨੋ ਰਬੀਰੋ, ਉਹਨੇ ਜੰਮੂ ਕਸ਼ਮੀਰ ਦੇ ਸਬੰਧ ਦੇ ਵਿੱਚ ਕੇਂਦਰ ਸਰਕਾਰ ਦੇ ਹਾਲੀਆ ਫੈਸਲੇ ਨੂੰ ਇੱਕ ਪੁਲਿਸ ਕਰਮੀ ਦੇ ਨਜ਼ਰੀਏ ਤੋਂ ਤਾਂ ਠੀਕ ਕਿਹਾ ਪਰ ਨੈਤਿਕਤਾ ਦੇ ਨਜ਼ਰੀਏ ਤੋਂ ਇਹਦੇ ਉੱਤੇ ਸਵਾਲ ਉਠਾਏ ਨੇ। ਉਹਨੇ ਜਿਹੜੇ ਰਬੇਰੋ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਜਿਹੇ ਮਾਮਲਿਆਂ ਦੇ ਵਿੱਚ ਲੋਕਾਂ ਦੀ ਇੱਛਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੈਤਿਕਤਾ ਦੇ ਲਿਹਾਜ਼ ਦੇ ਨਾਲ ਉਹ ਅਜਿਹਾ ਫੈਸਲਾ
ਕਦੇ ਨਹੀਂ ਲੈਂਦੇ ਜਿਹੋ ਜਿਹਾ ਕੇਂਦਰ ਸਰਕਾਰ ਨੇ ਜਿਹੜਾ ਜੀ ਉਹ ਲਿਆ। ਜਿਹੜੇ ਰਿਬੇਰੋ ਨੇ ਉਹਨਾਂ ਦਾ ਇਹ ਬਿਆਨ ਇਸ ਪੱਖੋਂ ਕਾਫੀ ਅਹਿਮੀਅਤ ਜਿਹੜੀ ਆ ਜੀ ਉਹ ਰੱਖਦਾ ਹੈ। ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਪੁਲਿਸ ਕਰਮੀ ਦੇ ਤੌਰ ਦੇ ਉੱਤੇ ਜੇ ਯਕੀਨੀ ਬਣਾਉਣਾ ਹੋਵੇ ਕੋਈ ਸਮੱਸਿਆ ਨਾ ਆਏ ਤੇ ਇਹ ਸਾਰਾ ਕੁਝ ਚੁਸਤ ਚਲਾਕੀ ਦੇ ਨਾਲ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਨੈਤਿਕ ਆਧਾਰ ਦੇ ਉੱਤੇ ਉਹਨਾਂ ਨੂੰ ਇਹ ਠੀਕ ਨਹੀਂ ਜਿਹੜਾ ਜੀ ਉਹ ਲੱਗਦਾ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਰਾਏ ਨੂੰ ਇਹਦੇ ਵਿੱਚ ਜ਼ਰੂਰ ਸ਼ਾਮਲ ਕੀਤਾ ਜਾਣਾ ਜਿਹੜਾ ਜੀ ਉਹ ਚਾਹੀਦਾ ਸੀਗਾ। ਇਹ ਵੀ ਕਿਹਾ ਕਿ ਲੋਕਾਂ ਨੂੰ ਭਰੋਸੇ ਦੇ ਵਿੱਚ ਲੈਣਾ ਸਭ ਤੋਂ ਮਹੱਤਵਪੂਰਨ ਪੱਖ ਹੈ ਤੇ ਸਰਕਾਰ ਨੂੰ ਅਜਿਹਾ ਕਰਨਾ ਹੋਊਗਾ, ਨਹੀਂ ਤਾਂ ਮੁਸ਼ਕਲ ਜਿਹੜੀ ਹੋਊਗੀ ਔਰ ਲੋਕਾਂ ਨੂੰ ਆਪਣੇ ਪੱਖ ਦੇ ਵਿੱਚ ਕਰਨਾ ਮਸਲੇ ਦੇ ਹੱਲ ਦਾ ਆਧਾਰ ਹੈ। ਰਿਬੇਰੋ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਉਹਨਾਂ ਨੂੰ ਜੰਮੂ ਕਸ਼ਮੀਰ ਦਾ ਰਾਜਪਾਲ ਬਣਨ ਦੀ ਪੇਸ਼ਕਸ਼ ਕੀਤੀ ਸੀ। ਜਦੋਂ ਉਹਨਾਂ ਇਹਨੂੰ ਸਵੀਕਾਰ ਨਹੀਂ ਕੀਤਾ ਤਾਂ ਵਾਜਪੇਈ ਨੇ ਫਾਰੂਕ ਅਬਦੁੱਲਾ ਨੂੰ ਉਹਨਾਂ ਨੂੰ ਰਾਜੀ ਕਰਨ ਦੇ ਵਾਸਤੇ ਕਿਹਾ ਸੀਗਾ। ਰਿਬੇਰੋ ਹੋਰੀ ਕਹਿੰਦੇ ਕਿ ਵਾਜਪੇਈ ਨੂੰ ਪਤਾ ਸੀਗਾ ਕਿ ਉਹਨਾਂ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਜੀ ਉਹ ਅੱਤਵਾਦ ਨੂੰ ਠੱਲ ਪਾਈ ਸੀਗੀ ਤੇ ਵਾਜਪੇਈ ਕਸ਼ਮੀਰ ਦੇ ਵਿੱਚ ਅਜਿਹਾ ਚਾਹੁੰਦੇ ਸੀ, ਪਰ ਉਹਨਾਂ ਨੇ ਉਦੋਂ ਜਿਹੜੀ ਜੀ ਉਹ ਨਾ ਕਰਤੀ। ਉਹ ਕਹਿੰਦੇ ਇਸ ਕਰਕੇ ਕਿ ਉਹ ਲੋਕਾਂ ਦੀ ਰਾਏ ਦੇ ਵਿੱਚ ਜਿਹੜਾ ਜੀ ਉਹ ਯਕੀਨ ਰੱਖਦੇ ਸੀ। ਉਧਰ 2018 ਦੇ ਵਿੱਚ ਕੇਰਲ ਹੜ੍ਹਾਂ ਦੇ ਦੌਰਾਨ ਆਪਣੇ ਕੰਮਾਂ ਲਈ ਸੁਲਾਏ ਗਏ 33 ਸਾਲਾ IAS ਅਧਿਕਾਰੀ ਨੇ ਕੰਨਨ ਗੋਪੀਨਾਥਨ, ਉਹਨੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਦੇ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋਂ ਨਿਰਾਸ਼ ਹੋ ਕੇ ਆਪਣੀ ਸਰਕਾਰੀ ਨੌਕਰੀ ਜਿਹੜੀ ਹੈ ਜੀ ਉਹ ਛੱਡ ਦਿੱਤੀ ਹੈ। ਉਹਨੇ ਇਹ ਕਿਹਾ ਕਿ ਇਹ ਲੋਕਾਂ ਨੂੰ ਅੰਦਰੀ ਜਿਹੜਾ ਜੀ ਉਹ ਵਾਰ ਦਿੱਤਾ ਹੈ ਔਰ ਇਹ ਪਹਿਲੇ IAS ਅਧਿਕਾਰੀ ਨੇ ਜੀ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਆਪਣੀ ਨੌਕਰੀ ਜਿਹੜੀ ਆ ਉਹ ਛੱਡੀ ਹੈ। ਪੰਜਾਬ ਸਰਕਾਰ ਜਾਂ ਤਾਂ ਧਿਆਨ ਡਾਈਵਰਟ ਜਿਹੜਾ ਜੀ ਕਰਨਾ ਚਾਹੁੰਦੀ ਹੈ ਜਾਂ ਵਾਕਿਆ ਹੀ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਸੰਸੀਅਰ ਆ ਕੇ ਉਹਨੇ ਇਹ ਗੱਲ ਕਹੀ ਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਉਹਦੇ ਮੌਕੇ ਦੇ ਉੱਤੇ ਕੌਮਾਂਤਰੀ ਪੱਧਰ ਦੇ ਉੱਤੇ ਮਨਾਏ ਜਾਣ ਦੀ ਤਿਆਰੀ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਕਰ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਤੇ ਉਹਨਾਂ ਦੀਆਂ ਸਿੱਖਿਆਵਾਂ ਸੰਬੰਧੀ ਵਿਸ਼ੇਸ਼ ਸਮਾਗਮ ਨਿਊਯਾਰਕ ਸ਼ਹਿਰ ਦੇ ਟਾਈਮਜ਼ ਸਕੁਏਅਰ ਦੇ ਵਿੱਚ ਜਿਹੜਾ ਜੀ ਉਹ ਕਰਵਾਉਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਇਸ ਸਮਾਗਮ ਦੇ ਵਿੱਚ ਦੁਨੀਆ ਦੀਆਂ ਅਹਿਮ ਸ਼ਖਸੀਅਤਾਂ ਤੇ ਸਿੱਖ ਹਸਤੀਆਂ ਨੂੰ ਬੁਲਾਏ ਜਾਣ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਬਾਰੇ ਲੇਜ਼ਰ ਸ਼ੋਅ ਕਰਵਾਏ ਜਾਣ ਦੀ ਵੀ ਯੋਜਨਾ ਹੈ। ਇੱਕ ਸਿੱਖ ਜਥੇਬੰਦੀ ਨੇ ਟਾਈਮ ਸਕੁਏਅਰ ਸਮਾਗਮ ਕਰਾਉਣ ਦੀ ਪਹਿਲਾਂ ਹੀ ਇਜਾਜ਼ਤ ਜਿਹੜੀ ਹੈ ਜੀ ਲਈ ਹੋਈ ਆ ਤੇ ਉਹਨੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਆ। ਟਾਈਮਜ਼ ਸਕੁਏਅਰ 'ਚ ਸਮਾਗਮ ਕਰਾਉਣ ਲਈ ਸਰਕਾਰ ਨੂੰ ਕਈ ਪ੍ਰਵਾਨਗੀਆਂ ਤੇ ਵੱਡੇ ਪੱਧਰ ਦੇ ਉੱਤੇ ਫੰਡਾਂ ਦੀ ਲੋੜ ਹੈ। ਇਹਦੇ ਲਈ ਸਰਕਾਰ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਸਮਾਗਮ ਲਈ ਸਪਾਂਸਰ ਲੱਭ ਰਹੀ ਆ। ਇਸ ਸੰਬੰਧੀ ਸਾਰੀ ਯੋਜਨਾ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਸੀਨੀਅਰ ਮੰਤਰੀ ਨੇ ਉਹਨਾਂ ਦੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਵੀ ਉਹ ਆਸ ਹੈ। ਨਿਊਯਾਰਕ ਤੋਂ ਇਲਾਵਾ ਸਰਕਾਰ ਦੇ ਵੱਲੋਂ ਅਮਰੀਕਾ, ਬ੍ਰਿਟਨ, ਕੈਨੇਡਾ, ਇਟਲੀ, ਜਰਮਨ, ਆਸਟ੍ਰੇਲੀਆ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਸਮਾਗਮ ਜਿਹੜਾ ਦੀ ਉਹ ਕਰਾਉਣ ਦੀ ਯੋਜਨਾ ਹੈ। ਇਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਜਿਹੜੇ ਦੀ ਉਹ ਕਰਵਾਏ ਜਾਣਗੇ। ਇਹ ਵੀ ਕਿਹਾ ਗਿਆ ਕਿ ਸਤੰਬਰ ਮਹੀਨੇ ਸੁਲਤਾਨਪੁਰ ਲੋਧੀ 'ਚ ਕਰਵਾਏ ਜਾਣ ਵਾਲੇ ਮੁੱਖ ਸਮਾਗਮਾਂ ਤੋਂ ਇਲਾਵਾ ਕੌਮਾਂਤਰੀ ਪੱਧਰ ਦੇ ਉੱਤੇ ਸਮਾਗਮ ਕਰਾਉਣ ਦਾ ਮਕਸਦ ਸਿੱਖ ਧਰਮ ਦੇ ਬਾਰੇ ਲੋਕਾਂ ਨੂੰ ਜਾਗਰੂਕ ਜਿਹੜਾ ਜੀ ਉਹ ਕਰਨਾ ਹੈ, ਕਿਉਂਕਿ ਸਰਕਾਰ ਇਹ ਸਮਝਦੀ ਹੈ ਕਿ ਜੇ ਜਿਹੜੇ ਜੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾਉਂਦੀ ਤਾਂ ਅਕਾਲੀ ਦਲ ਕਿਉਂਕਿ ਉਹਦੀ ਆੜ ਦੇ ਵਿੱਚ ਸਿਆਸਤ ਜਿਹੜੀ ਜੀ ਉਹ ਕਰ ਰਿਹਾ ਤੇ ਕਾਂਗਰਸ ਵੀ ਇਸ ਮਾਮਲੇ ਦੇ ਉੱਤੇ ਬਰਾਬਰ ਦੀ ਧਿਰ ਜਿਹੜੀ ਜੀ ਉਹ ਬਣ ਕੇ ਤੇ ਇਹਨਾਂ ਸਮਾਗਮਾਂ ਦੇ ਵਿੱਚ ਪਾਰਟੀਸਪੇਟ ਜਿਹੜਾ ਉਹ ਕਰਨਾ ਚਾਹੁੰਦੀ ਹੈ। ਜਲਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਦੇ ਤਹਿਤ ਕੇਂਦਰ ਦੀ ਸਰਕਾਰ ਦੇ ਵੱਲੋਂ ਬਣਾਈ ਜਿਹੜੀ ਵਿਕਾਸ ਦੇ ਵਾਸਤੇ ਯੋਜਨਾ ਉਹਦੇ ਤੇ ਲਗਭਗ 18 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਕੌਮੀ ਯਾਦਗਾਰ ਦੀ ਦਿੱਖ ਨੂੰ ਜਿਹੜਾ ਜੀ ਉਹ ਸਵਾਰਿਆ ਜਾ ਰਿਹਾ। ਇਹਦੇ ਤਹਿਤ ਨਵਾਂ ਸ਼ੋਅ ਜਿਹੜਾ ਜੀ 3D ਆਡੀਟੋਰੀਅਮ, ਨਵੀਂ ਲੈਂਡਸਕੇਪਿੰਗ, ਸ਼ਹੀਦੀ ਗੈਲਰੀ ਦੀ ਨਵੀਂ ਦਿੱਖ, ਸ਼ਹੀਦੀ ਖੂਹ ਤੇ ਗੋਲੀਆਂ ਦੇ ਨਿਸ਼ਾਨਾਂ ਵਾਲੀਆਂ ਕੰਧਾਂ ਦੀ ਸਾਂਭ ਸੰਭਾਲ ਸਣੇ ਯਾਤਰੂਆਂ ਦੇ ਬਾਹਰ ਨਿਕਲਣ ਲਈ ਨਵਾਂ ਰਸਤਾ ਬਣਾਇਆ ਜਾਊਗਾ। ਔਰ ਇਹਦੇ ਤਹਿਤ ਕੁਝ ਸਮੇਂ ਤੋਂ ਕੰਮ ਦੀ ਸ਼ੁਰੂਆਤ ਜਿਹੜੀ ਦੀ ਉਹ ਹੋ ਚੁੱਕੀ ਹੋਈ ਦੱਸੀ ਦੀ ਹੈ। ਸ਼ਹੀਦੀ ਖੂਹ ਦਾ ਉੱਪਰਲਾ ਢਾਂਚਾ ਖਸਤਾ ਹਾਲਤ ਦੇ ਵਿੱਚ ਹੋਣ ਕਰਕੇ ਢਾਇਆ ਗਿਆ ਹੈ ਔਰ ਇਸੇ ਤਰ੍ਹਾਂ ਦੇ ਉੱਤੇ ਇੱਥੇ ਨਵਾਂ ਢਾਂਚਾ ਜਿਹੜਾ ਜੀ ਉਹ ਉਸਾਰਿਆ ਜਾ ਰਿਹਾ ਔਰ ਖੂਹ ਦੇ ਚੁਫੇਰੇ ਇਹਨੂੰ ਦੇਖਣ ਦਾ ਜਿਹੜਾ ਜੀ ਉਹ ਪ੍ਰਬੰਧ ਹੋਊਗਾ। ਲਾਈਟ ਐਂਡ ਸਾਊਂਡ ਦੇ ਉੱਤੇ ਆਧਾਰਿਤ ਇੱਕ ਨਵਾਂ ਸ਼ੋਅ ਜਿਹੜਾ ਉਹ ਇੱਥੇ ਕੀਤਾ ਜਾਊਗਾ। ਇਹ ਵੀ ਕਿ ਇਹ 55 ਮਿੰਟ ਦਾ ਹੋਊਗਾ ਤਕਰੀਬਨ ਜਿਹੜਾ ਲਾਈਟ ਐਂਡ ਸਾਊਂਡ ਦਾ
ਔਰ ਇਹ ਸ਼ੋਅ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਭਾਸ਼ਾਵਾਂ ਦੇ ਵਿੱਚ ਜਿਹੜਾ ਜੀ ਉਹ ਹੋਊਗਾ। ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਨੂੰ ਬਿਹਤਰ ਢੰਗ ਦੇ ਨਾਲ ਸੰਭਾਲਣ ਦੀ ਗੱਲ ਜਿਹੜੀ ਜੀ ਉਹ ਕੀਤੀ ਗਈ ਆ। ਜਿਹੜਾ ਸ਼ਹੀਦੀ ਸਮਾਰਕ ਦੇ ਹੇਠ ਬਣੇ ਤਲਾਅ ਨੂੰ ਵੀ ਹੁਣ ਨਵਾਂ ਰੂਪ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਯਾਤਰੂਆਂ ਦੇ ਦਾਖਲੇ ਦੇ ਵਾਸਤੇ ਪੁਰਾਣਾ ਰਸਤਾ ਹੋਊਗਾ, ਪਰ ਬਾਹਰ ਨਿਕਲਣ ਦੇ ਵਾਸਤੇ ਨਵਾਂ ਰਸਤਾ ਜਿਹੜਾ ਜੀ ਉਹ ਤਿਆਰ ਕੀਤਾ ਜਿਹੜਾ ਜੀ ਉਹ ਜਾ ਰਿਹਾ। ਇਹ ਜਿਹੜੀ ਯੋਜਨਾ ਹੈ ਇਹ ਪੁਰਾਤਤਵ ਵਿਭਾਗ ਤੇ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ ਦੀ ਦੇਖ ਰੇਖ ਦੇ ਹੇਠ ਜਿਹੜੀ ਆ ਉਹ ਚੱਲ ਰਹੀ ਹੈ ਜੀ। ਤੋ ਇਹ ਕਿਹਾ ਜਾ ਰਿਹਾ ਜੀ ਕਿ ਇਹ ਤਕਰੀਬਨ ਅਪ੍ਰੈਲ ਤੱਕ ਜਿਹੜੀ ਆ ਅਗਲੀ ਮੁਕੰਮਲ ਹੋਊਗੀ, ਜਦੋਂ ਤੱਕ ਕਿ ਇਹ ਜਿਹੜੀ ਸ਼ਤਾਬਦੀ ਆ ਉਦੋਂ 100 ਸਾਲ ਜਿਹੜਾ ਜੀ ਉਹ ਪੂਰਾ ਹੋ ਜਾਊਗਾ। ਐਕਚੁਅਲੀ ਜਦੋਂ ਅਪ੍ਰੈਲ ਦੇ ਵਿੱਚ ਵਿਸਾਖੀ ਦੇ ਮੌਕੇ ਦੇ ਉੱਤੇ ਇਹਨੂੰ ਮਨਾਉਣਾ ਸੀ ਤਾਂ ਉਦੋਂ ਸਿਆਸਤ ਹੀ ਇਸ ਮਾਮਲੇ ਦੇ ਉੱਤੇ ਇੰਨੀ ਹੋਈ ਕਿ ਇਹ ਬਹੁਤ ਹੀ ਅਹਿਮ ਇੱਕ ਜਗ੍ਹਾ ਜਿਹੜੀ ਜਲਿਆਂਵਾਲਾ ਬਾਗ ਇਹ ਤੁਸੀਂ ਇਹ ਕਹਿ ਲਓ ਕਿ ਵਿਰਵਾ ਰਹਿ ਗਿਆ। ਜਿਹੋ ਜਿਹੇ ਸਮਾਗਮ ਇੱਥੇ ਕਰਵਾਏ ਜਾਣੇ ਚਾਹੀਦੇ ਸੀਗੇ, ਖਾਸ ਤੌਰ ਦੇ ਉੱਤੇ ਇਹ ਦੱਸਣ ਦੇ ਵਾਸਤੇ ਕਿ ਕਿਵੇਂ ਨਿਹੱਥੇ ਲੋਕਾਂ ਨੂੰ ਇੱਥੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਗਈਆਂ ਸੀ। ਬਹੁਤ ਬਹੁਤ ਧੰਨਵਾਦ ਦਿਲਪ੍ਰੀਤ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਤੇ ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA ਤੇ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।